ਅਦੁੱਤੀ ਢੰਗ ਨਾਲ ਕੀਤੀ ਹੈ ਕਿ ਸਰੀਰ ਦੇ ਅੰਦਰ ਪੰਜਾਂ ਦੀ ਗਿਣਤੀ ਪ੍ਰਧਾਨ ਦਿਖਾਈ ਦਿੰਦੀ ਹੈ। ਮੂਲ ਰੂਪ ਵਿੱਚ ਦੇਖੀਏ ਤੇ ਤੱਤ ਪੰਜ ਨੇ, ਜਿਨ੍ਹਾਂ ਦੀ ਬਣਤਰ ਤੋਂ ਇਹ ਸਰੀਰ ਆਲਮੇ ਵਜੂਦ ਵਿੱਚ ਆਇਆ। ਪੰਜ ਤੱਤਾਂ ਤੋਂ ਬਾਅਦ ਦੇਖੀਏ ਤੇ ਕੋਸ਼ ਵੀ ਪੰਜ ਨੇ। ਅੰਨਮਈ ਕੋਸ਼ ਦੇ ਥੱਲੇ ਪ੍ਰਾਣਮਈ ਕੋਸ਼, ਪ੍ਰਾਣਮਈ ਕੋਸ਼ ਦੇ ਥੱਲੇ ਮਨਮਈ ਕੋਸ਼, ਮਨਮਈ ਕੋਸ਼ ਦੇ ਥੱਲੇ ਵਿਗਿਆਨਮਈ ਕੋਸ਼ ਔਰ ਵਿਗਿਆਨਮਈ ਕੋਸ਼ ਦੇ ਥੱਲੇ ਆਨੰਦਮਈ ਕੋਸ਼। ਜਿੱਥੇ ਤੱਤ ਪੰਜ ਨੇ ਉੱਥੇ ਕੋਸ਼ ਵੀ ਪੰਜ ਨੇ। ਫਿਰ ਹੋਰ ਅਗਾਂਹ ਜਾਈਏ, ਸਰੀਰ ਨੂੰ ਕਰਮ ਇੰਦਰੇ ਵੀ ਪੰਜ ਮਿਲੇ ਨੇ ਔਰ ਸਰੀਰ ਦੇ ਕੋਲ ਗਿਆਨ ਇੰਦਰੇ ਵੀ ਪੰਜ ਨੇ। ਸਰੀਰ ਕੋਲ ਜੋ ਇੰਦਰੀਆਂ ਦੇ ਰਸ ਨੇ ਉਹ ਵੀ ਪੰਜ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਹੋਰ ਥੋੜਾ ਗਹਿਰੇ ਤਲ ਵਿੱਚ ਜਾਈਏ ਤਾਂ ਮਨੁੱਖ ਦੇ ਜਿਹੜੇ ਮੂਲ ਵਿਕਾਰ ਨੇ ਉਹ ਵੀ ਪੰਜ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਸ ਢੰਗ ਨਾਲ ਵੇਖੀਏ ਤਾਂ ਸਰੀਰ ਦੇ 'ਚ ਪੰਜਾਂ ਦੀ ਗਿਣਤੀ ਪ੍ਰਧਾਨ ਦਿਖਾਈ ਦੇ ਰਹੀ ਹੈ, ਮਹਾਨ ਦਿਖਾਈ ਦੇ ਰਹੀ ਹੈ। ਪੰਜ ਪਰਵਾਨ, ਪੰਜ ਪ੍ਰਧਾਨ ਦੀ ਇਹ ਪੰਕਤੀ ਮੁਕੰਮਲ ਰੂਪ ਦੇ 'ਚ ਪੂਰੀ ਉਤਰਦੀ ਹੈ ਕਿ ਸਰੀਰ ਪੰਜਾਂ ਦਾ ਜੋੜ ਹੈ, ਇੰਜ ਕਹੋ ਅਨੇਕ ਪੰਜਾਂ ਦਾ ਜੋੜ ਹੈ। ਤਤ ਪੰਜ, ਕੋਸ਼ ਪੰਜ, ਵਿਕਾਰ ਪੰਜ, ਰਸ ਵੀ ਪੰਜ, ਕਰਮ ਇੰਦਰੇ ਵੀ ਪੰਜ ਔਰ ਗਿਆਨ ਇੰਦਰੇ ਵੀ ਪੰਜ। ਇਸ ਤਰ੍ਹਾਂ ਦੀ ਪੰਜਾਂ ਤੱਤਾਂ ਦੀ ਬਣੀ ਕਾਇਆ, ਪੰਜ ਕੋਸ਼ਾਂ ਦੀ ਬਣੀ ਕਾਇਆ ਦੀ ਝੋਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਈਆਂ ਪੰਜ ਬਾਣੀਆਂ ਔਰ ਪੰਜ ਰਹਿਤਾਂ। ਉਹ ਚਾਰ ਰਹਿਤਾਂ ਵੀ ਦੇ ਸਕਦੇ ਸਨ, 6 ਵੀ ਦੇ ਸਕਦੇ ਸਨ, ਪਰ ਚੋਣ ਪੰਜ ਦੀ ਕੀਤੀ। ਨਿਤਨੇਮ ਦੀਆਂ ਉਹ ਚਾਰ ਬਾਣੀਆਂ ਵੀ ਦੇ ਸਕਦੇ ਸਨ, 6 ਵੀ ਦੇ ਸਕਦੇ ਸਨ, ਪਰ ਪੰਜ ਦਿੱਤੀਆਂ। ਔਰ ਗਜ਼ਬ ਦੀ ਗੱਲ ਇਹ ਕਿ ਸਭ ਤੋਂ ਪਹਿਲੇ ਜਦ ਉਹਨਾਂ ਨੇ ਸਿਰ ਮੰਗੇ ਵਿਸਾਖੀ ਵਾਲੇ ਦਿਨ ਤਾਂ ਪੰਜ ਹੀ ਮੰਗੇ। ਪੰਜ ਸਿਰਾਂ ਦੀ ਮੰਗ ਤੋਂ ਬਾਅਦ ਉਹਨਾਂ ਦੀ ਝੋਲੀ 'ਚ ਪਾਈਆਂ ਪੰਜ ਬਾਣੀਆਂ ਔਰ ਪੰਜ ਰਹਿਤਾਂ। ਪੰਜ ਵਕਤ ਦੀ ਨਮਾਜ਼ ਹੀ ਦੇਖਣ ਦੇ 'ਚ ਆਇਆ ਹੈ ਕਿ ਮੁਹੰਮਦ ਸਾਹਿਬ ਨੇ ਮੁਸਲਮਾਨ ਦੀ ਝੋਲੀ ਦੇ 'ਚ ਪਾਈ ਹੈ। ਉਹ 4 ਨਮਾਜ਼ਾਂ ਵੀ ਦੇ ਸਕਦੇ ਸਨ, 6 ਨਮਾਜ਼ਾਂ ਵੀ ਦੇ ਸਕਦੇ ਸਨ, ਪਰ ਚੋਣ ਉਹਨਾਂ ਨੇ ਵੀ ਪੰਜ ਨਮਾਜ਼ਾਂ ਦੀ ਹੀ ਕੀਤੀ ਹੈ। ਐਸਾ ਦੇਖਣ ਦੇ 'ਚ ਆ ਰਿਹਾ ਸਰੀਰ ਨੂੰ ਗੌਰ ਦੇ ਨਾਲ ਗਹਿਰੇ ਤਲ ਵਿੱਚ ਝਾਤ ਮਾਰ ਕੇ ਦੇਖੀਏ ਕਿ ਪੰਜਾਂ ਦੀ ਗਿਣਤੀ ਕਾਦਰ ਕਰੀਮ ਨੇ ਪ੍ਰਧਾਨ ਰੂਪ ਵਿੱਚ ਰੱਖੀ ਹੈ। ਉਸ ਕਾਦਰ ਕਰੀਮ ਦੇ ਬਣੇ ਹੋਏ ਨਿਯਮ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਬਾਣੀਆਂ ਔਰ ਪੰਜ ਰਹਿਤਾਂ ਮਨੁੱਖ ਨੂੰ ਪ੍ਰਦਾਨ ਕੀਤੀਆਂ। ਇੰਜ ਇਸ ਨੂੰ ਸਿੱਖ ਬਣਾਇਆ, ਇੰਜ ਇਸ ਨੂੰ ਸਿੰਘ ਬਣਾਇਆ। ਮੂਲ ਬਾਣੀ, ਪਹਿਲੀ ਬਾਣੀ ਜਪ ਹੈ ਔਰ ਅਖੀਰਲੀ ਬਾਣੀ ਆਨੰਦ ਹੈ। ਮਨੁੱਖ ਦੀ ਮੰਜ਼ਿਲ ਆਨੰਦ ਹੈ। ਮਨੁੱਖ ਨੇ ਪਹੁੰਚਣਾ ਆਨੰਦ ਤੱਕ ਹੈ। ਮਨੁੱਖ ਦੇ ਪ੍ਰਾਣਾਂ ਵਿੱਚ ਚਾਹਤ ਆਨੰਦ ਦੀ ਹੈ, ਤੜਪ ਆਨੰਦ ਦੀ ਹੈ। ਤੋ ਮੰਜ਼ਿਲ ਅਖੀਰ ਦੇ 'ਚ ਹੈ, ਚੱਲ ਚੱਲ ਕੇ ਪਹੁੰਚੀਦਾ ਹੈ। ਆਨੰਦ ਮੰਜ਼ਿਲ ਹੈ ਤੇ ਜਪ ਮੰਜ਼ਿਲ ਤੱਕ ਪਹੁੰਚਣ ਦੀ ਸ਼ੁਰੂਆਤ ਹੈ, ਮਾਰਗ ਤੇ ਚੱਲਣ ਦੀ ਸ਼ੁਰੂਆਤ ਹੈ। ਆਨੰਦ ਤੱਕ ਪਹੁੰਚਣ ਦਾ ਜ਼ਰੀਆ ਜਪ ਹੈ। ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿੱਥੇ ਪਹਿਲੀ ਬਾਣੀ ਹੈ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿੱਥੇ ਪਹਿਲੀ ਬਾਣੀ ਹੈ, ਉੱਥੇ ਨਿਤਨੇਮ ਦੀ ਬਾਣੀਆਂ ਦੀ ਵੀ ਇਹ ਪਹਿਲੀ ਬਾਣੀ ਹੈ ਔਰ ਇਸ ਦਾ ਨਾਮ ਵੀ ਹੈ ਜਪ।
ਜਪਜੀ ਸਾਹਿਬ ਦੇ ਵਿੱਚ ਤਿੰਨ ਗੱਲਾਂ ਦਰਸਾਈਆਂ ਗਈਆਂ ਨੇ। ਜਪ ਕਿਸ ਦਾ ਕਰਨਾ ਹੈ, ਜਪ ਕਦੋਂ ਕਰਨਾ ਹੈ, ਔਰ ਜਪ ਵਾਸਤਵਿਕ ਰੂਪ ਦੇ ਵਿੱਚ ਕਦੋਂ ਕਰਨਾ ਹੈ। ਜਪ ਕਿਸ ਦਾ ਕਰਨਾ ਹੈ? ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਪ ਤੇ ਸੱਚ ਦਾ ਕਰਨਾ ਹੈ। ਜਪ ਕਦੋਂ ਕਰਨਾ ਹੈ? ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਕਰਨਾ ਹੈ। ਹੁਣ ਜਪ ਕਿਸ ਤਰ੍ਹਾਂ ਕਰਨਾ ਹੈ? ਤੋ ਸਤਿਗੁਰੂ ਇਸੇ ਜਪਜੀ ਸਾਹਿਬ ਦੇ ਵਿੱਚ ਦੱਸਦੇ ਨੇ, ਇੱਕ ਦੂ ਜੀਭੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼। ਏ ਤਰਾ ਪਤ ਪੌੜੀਆਂ ਚੜੀਏ ਹੋਏ 21। ਬਾਰ ਬਾਰ ਜਪੀ ਜਾ, ਰਸਨਾ ਨਾਲ ਰਟਨ ਕਰੀ ਜਾ, ਬਾਰ ਬਾਰ ਉਸ ਦਾ ਨਾਮ ਲਈ ਜਾ, ਜਪੀ ਜਾ ਜਪੀ ਜਾ। ਜਪਣਾ ਪੁਨਰੁਕਤੀ ਹੈ। ਜਪਣਾ ਬਾਰ ਬਾਰ ਦੁਹਰਾਣਾ ਹੈ, ਔਰ ਬਾਰ ਬਾਰ ਇਸ ਵਾਸਤੇ ਦੁਹਰਾਣਾ ਹੈ ਕਿ ਮਨ ਦਾ ਹਿੱਸਾ ਬਣ ਜਾਏ, ਦਿਮਾਗ ਦਾ ਹਿੱਸਾ ਬਣ ਜਾਏ। ਬਾਰ ਬਾਰ ਇਸ ਵਾਸਤੇ ਦੁਹਰਾਣਾ ਹੈ ਕਿ ਇਹ ਜਪ ਹੀ ਜ਼ਿੰਦਗੀ ਬਣ ਜਾਏ, ਜਪ ਹੀ ਜੀਵਨ ਬਣ ਜਾਏ। ਬਾਰ ਬਾਰ ਇਸ ਵਾਸਤੇ ਜਪਣਾ ਹੈ ਕਿ ਜਪ ਤੋਂ ਬਿਨਾ ਜੀਵਨ ਦੇ ਚ ਹੋਰ ਕੁਝ ਵੀ ਨਾ ਬਚੇ। ਤੋ ਜਪ ਕਿਸ ਦਾ ਕਰਨਾ ਹੈ, ਜਪ ਕਦੋਂ ਕਰਨਾ ਹੈ, ਔਰ ਜਪ ਕਿਸ ਤਰ੍ਹਾਂ ਕਰਨਾ ਹੈ, ਇਹ ਤਿੰਨ ਗੱਲਾਂ ਪਹਿਲੀ ਬਾਣੀ ਜਪਜੀ ਸਾਹਿਬ ਦੇ ਦਰਸਾਈਆਂ ਗਈਆਂ ਨੇ। ਜਪ ਸੱਚ ਦਾ ਹੀ ਕਰਨਾ ਹੈ, ਤੇ ਸੱਚ ਉਹ ਹੈ ਜੋ ਕਾਇਮ ਦਾਇਮ ਹੈ, ਹਮੇਸ਼ਾ ਹੈ, ਹਮੇਸ਼ਾ ਰਹਿਣ ਵਾਲਾ ਹੈ। ਜਪ ਕ੍ਰਿਤ ਨਹੀਂ ਹੈ, ਉਹ ਕਰਤਾ ਹੈ। ਸੱਤੇ ਕ੍ਰਿਤ ਨਹੀਂ, ਕਰਤਾ ਹੈ। ਕਰਤੇ ਪੁਰਖ ਦੇ ਵਿੱਚ ਵੀ ਬਾਰ ਬਾਰ ਦੁਹਰਾਣਾ ਹੈ। ਬਾਰ ਬਾਰ ਸੂਰਜ ਉਦੇ ਹੋ ਰਿਹਾ ਹੈ, ਬਾਰ ਬਾਰ ਪ੍ਰਾਣ ਚੱਲ ਰਹੇ ਨੇ, ਬਾਰ ਬਾਰ ਦਿਲ ਧੜਕ ਰਿਹਾ ਹੈ, ਬਾਰ ਬਾਰ ਨਬਜ਼ ਚੱਲ ਰਹੀ ਹੈ। ਕਰਤੇ ਪੁਰਖ ਨੇ ਇਸ ਢੰਗ ਦਾ ਅਦੁੱਤੀ ਨਿਯਮ ਪ੍ਰਕਿਰਤੀ ਨੂੰ ਦਿੱਤਾ ਹੋਇਆ। ਤੋ ਉਹ ਕ੍ਰਿਤ ਨਹੀਂ ਹੈ, ਕਰਤਾ ਹੈ। ਜਪ ਕਰਤੇ ਦਾ ਕਰਨਾ ਹੈ। ਜਪ ਅੰਮ੍ਰਿਤ ਵੇਲੇ ਕਰਨਾ ਹੈ। ਹਰ ਬੀਜ ਦੇ ਬੋਣ ਦਾ ਆਪਣਾ ਵੇਲਾ ਹੈ, ਆਪਣੀ ਰੁੱਤ ਹੈ, ਤੇ ਰੁੱਤ ਸਿਰ ਵਕਤ ਸਿਰ ਬੀਜ ਨਾ ਬੋਇਆ ਜਾਏ ਤਾਂ ਬੀਜ ਢੰਗ ਨਾਲ ਪ੍ਰਫੁੱਲਤ ਨਹੀਂ ਆਉਂਦਾ। ਸਾਹਿਬਾਂ ਦਾ ਫਰਮਾਨ, ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੂੰ ਰੁੱਤ ਹੋਏ। ਬਈ ਇੱਕ ਤੇ ਬੀਜ ਸਾਫ਼ ਸੁਥਰਾ ਹੋਵੇ, ਸਾਬਤ ਹੋਵੇ, ਦਲਿਆ ਹੋਇਆ ਨਾ ਹੋਵੇ। ਦੂਜਾ ਰੁੱਤੀ ਹੂੰ ਰੁੱਤ ਹੋਏ, ਰੁੱਤੂਆਂ ਦੇ ਚੋਂ ਬੀਜ ਬੋਣ ਵਾਲੀ ਰੁੱਤ ਵੀ ਹੋਵੇ, ਸਮਾਂ ਵੀ ਹੋਵੇ, ਮੌਸਮ ਵੀ ਹੋਵੇ। ਤੋ ਪ੍ਰਕਿਰਤਿਕ ਮੰਡਲ ਦੇ ਵਿੱਚ ਕਿਸੇ ਵੀ ਬੀਜ ਦੇ ਬੋਣ ਦਾ ਵਕਤ ਸਮਾਂ ਸਾਲ ਦੇ ਵਿੱਚ ਇੱਕ ਦਫਾ ਆਉਂਦਾ ਹੈ ਜਾਂ ਦੋ ਦਫਾ। ਦਰਖਤਾਂ ਨੂੰ ਫੁੱਲ ਫਲ ਲੱਗਦੇ ਨੇ ਸਾਲ ਦੇ ਵਿੱਚ ਇੱਕ ਦਫਾ ਜਾਂ ਦੋ ਦਫਾ। ਨਾਮ ਜਪਣ ਦੀ ਰੁੱਤ ਰੋਜ਼ ਆਉਂਦੀ ਹੈ, ਉਹ ਹੈ ਅੰਮ੍ਰਿਤ ਵੇਲਾ, ਉਹ ਹੈ ਬ੍ਰਹਮ ਮੁਹੂਰਤ ਦਾ ਸਮਾਂ, ਜਿਸ ਨੂੰ ਅਲਲ ਸੁਬਾਹ ਕਹਿੰਦੇ ਨੇ, ਅੱਲਾ ਦੀ ਸੁਬਾਹ, ਬ੍ਰਹਮ ਦਾ ਸਮਾਂ, ਅੰਮ੍ਰਿਤ ਦੀ ਰੁੱਤ, ਅੰਮ੍ਰਿਤ ਵੇਲਾ। ਇਹ ਸੁਭਾਗਾ ਅਵਸਰ ਸਾਨੂੰ ਰੋਜ਼ ਮਿਲਦਾ ਹੈ ਕੁਦਰਤ ਵੱਲੋਂ, ਪਰਮਾਤਮਾ ਵੱਲੋਂ। ਇਹ ਨਾਮ ਬੀਜਣ ਦਾ ਵੇਲਾ ਹੈ, ਨਾਮ ਬੀਜਣ ਦੀ ਰੁੱਤ ਹੈ। ਤੋ ਜਪ ਸੱਚ ਦਾ ਕਰਨਾ ਹੈ, ਜਪ ਅੰਮ੍ਰਿਤ ਵੇਲੇ ਕਰਨਾ ਹੈ, ਔਰ ਜਪ ਰਸਨਾ ਨਾਲ ਕਰਨਾ ਹੈ। ਜਿਸ ਤਰ੍ਹਾਂ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਂਦੀ ਹੈ, ਖੂਨ ਬਣਦੀ ਹੈ, ਮਿੰਜ ਬਣਦੀ ਹੈ, ਮਾਸ ਬਣਦੀ ਹੈ। ਗੁਰੂ ਦਾ ਸ਼ਬਦ ਜਪ ਕੰਨਾਂ ਦੇ ਰਾਹੀਂ ਅੰਦਰ ਜਾਏਗਾ, ਜੋ ਰੂਹਾਨੀ ਤਾਕਤ ਬਣੇਗਾ, ਰਸ ਬਣੇਗਾ, ਆਨੰਦ ਬਣੇਗਾ, ਖੇੜਾ ਬਣੇਗਾ। ਭੋਜਨ ਦੀ ਬੁਰਕੀ ਕੰਨਾਂ ਦੇ ਰਾਹੀਂ ਅੰਦਰ ਨਹੀਂ ਜਾ ਸਕਦੀ, ਤੇ ਭਜਨ ਮੂੰਹ ਦੇ ਰਾਹੀਂ ਅੰਦਰ ਨਹੀਂ ਜਾ ਸਕਦਾ। ਆਪਣੇ ਆਪਣੇ ਦੁਆਰ ਨੇ, ਆਪਣੇ ਆਪਣੇ ਰਸਤੇ ਨੇ। ਸ਼ਬਦ, ਧੁਨ, ਆਵਾਜ਼ ਇਹ ਕੰਨਾਂ ਦੇ ਰਾਹੀਂ ਅੰਦਰ ਜਾਏਗੀ। ਤੋ ਜਪ ਦਾ ਜੋ ਵਿਧੀ ਵਿਧਾਨ ਗੁਰੂ ਨਾਨਕ ਨੇ ਬਖਸ਼ਿਸ਼ ਕੀਤਾ ਹੋਏ ਕਿ ਧੁਨ ਮੇਂ ਧਿਆਨ, ਧਿਆਨ ਮੇਂ ਜਾਣਿਆ, ਗੁਰਮੁਖ ਅਕਥ ਕਹਾਣੀ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਰਸਨਾ ਸ਼ਬਦ ਦਾ ਉਚਾਰਨ ਕਰੇ, ਜਿਵੇਂ ਭੋਜਨ ਤੇ ਹੱਥ ਬਣਾਉਂਦੇ ਨੇ, ਪਰ ਛਕਦਾ ਮੂੰਹ ਹੈ।
ਉਸ ਭੋਜਨ ਨੂੰ ਮੂੰਹ ਦੇ ਰਾਹੀਂ ਅਸੀਂ ਅੰਦਰ ਪ੍ਰਵੇਸ਼ ਕਰਦੇ ਹਾਂ। ਇਸ ਤਰ੍ਹਾਂ ਜਪ ਤੇ ਰਸਨਾ ਨੇ ਕਰਨਾ ਹੈ, ਸ਼ਬਦ ਦਾ ਜਾਪ ਤੇ ਰਸਨਾ ਨੇ ਕਰਨਾ ਹੈ, ਪਰ ਸ਼ਬਦ ਨੂੰ ਕੰਨ ਹੀ ਅੰਦਰ ਲੈ ਕੇ ਜਾਣਗੇ, ਸਰਵਣ ਸ਼ਕਤੀ ਹੀ ਅੰਦਰ ਲੈ ਕੇ ਜਾਏਗੀ। ਮੂੰਹ ਦੇ ਰਾਹੀਂ, ਰਸਨਾ ਦੇ ਰਾਹੀਂ ਇਹ ਸ਼ਬਦ ਅੰਦਰ ਨਹੀਂ ਜਾ ਸਕਦਾ, ਕਿਉਂਕਿ ਇਹ ਦੁਆਰ ਹੀ ਨਹੀਂ ਹੈ ਸ਼ਬਦ ਦੇ ਅੰਦਰ ਜਾਣ ਦਾ। ਤੋ ਜਿਸ ਵਕਤ ਰਸਨਾ ਨਾਲ ਗੁੰਜਾਰ ਕਰੀਏ, ਧੁਨ ਕਰੀਏ, ਆਵਾਜ਼ ਕਰੀਏ, ਸ਼ਬਦ ਦੀ ਧੁਨੀ ਹੋਵੇ, ਉਸੇ ਵਕਤ ਇਕਾਗਰਤਾ ਦੇ ਨਾਲ ਉਸ ਨੂੰ ਸੁਣਨਾ ਹੈ। ਤੇ ਸੁਣਨਾ ਇਸ ਵਾਸਤੇ ਹੈ ਕਿ ਸ਼ਬਦ ਅੰਦਰ ਪ੍ਰਵੇਸ਼ ਕਰ ਜਾਏ, ਔਰ ਸੁਣਦਿਆਂ ਹੀ ਅੰਦਰ ਨਵੇਂ ਤੋਂ ਨਵੇਂ ਕਪਾਟ ਖੁੱਲਦੇ ਨੇ, ਨਵੇਂ ਤੋਂ ਨਵੇਂ ਲੋਕ ਉਦੇ ਆਉਂਦੇ ਨੇ, ਨਵੀਂ ਤੋਂ ਨਵੀਂ ਅਨੁਭਵ ਦੀਆਂ ਝਲਕਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਸਤਿਗੁਰੂ ਦਾ ਫਰਮਾਨ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਤੂੰ ਸੁਣ ਤੇ ਸਹੀ, ਜਪ ਕਰ ਰਹੇ ਹੈ ਇਹਨੂੰ ਸੁਣ, ਬਾਣੀ ਪੜ ਰਹੇ ਹੈ ਇਹਨੂੰ ਸੁਣ। ਤੋ ਪਹਿਲੀ ਨਿਤਨੇਮ ਦੀ ਬਾਣੀ ਹੈ ਜਪ, ਤੇ ਜਪ ਦੇ ਵਿੱਚ ਹੈ ਜਪ ਸੱਚ ਦਾ ਕਰਨਾ ਹੈ, ਜਪ ਅੰਮ੍ਰਿਤ ਵੇਲੇ ਕਰਨਾ ਹੈ, ਔਰ ਜਪ ਰਸਨਾ ਨੇ ਕਰਨਾ ਹੈ। ਇਹ ਜਪ ਚੱਲਦਾ ਰਹੇ ਰੋਜ਼, ਜਿਸ ਤਰ੍ਹਾਂ ਕਿ ਭੋਜਨ ਰੋਜ਼ ਚੱਲਦਾ ਹੈ। ਪਾਣੀ ਰੋਜ਼ ਪੀਂਦੇ ਹਾਂ, ਰੋਟੀ ਰੋਜ਼ ਖਾਂਦੇ ਹਾਂ, ਸੌਂਦੇ ਅਸੀਂ ਰੋਜ਼ ਹਾਂ, ਕੰਮ ਧੰਦਾ ਅਸੀਂ ਰੋਜ਼ ਕਰਦੇ ਹਾਂ। ਇਹ ਭਜਨ, ਇਹ ਜਪ ਵੀ ਰੋਜ਼ ਕਰਨਾ ਹੈ। ਜਿਵੇਂ ਭੋਜਨ ਦੀ ਬੁਰਕੀ ਅੰਦਰ ਜਾਏ ਤੇ ਹੁਣੇ ਨਹੀਂ ਖੂਨ ਬਣਦੀ, ਲੰਬੀ ਯਾਤਰਾ ਤੋਂ ਲੰਘਦੀ, ਇਹ ਗਲੇਗੀ, ਪਚੇਗੀ, ਰਸ ਬਣੇਗਾ, ਖੂਨ ਬਣੇਗਾ, ਫਿਰ ਸਮੁੱਚੇ ਸਰੀਰ ਨੂੰ ਮਿਲੇਗਾ। ਵਕਤ ਲੱਗਦਾ ਹੈ, ਸਮਾਂ ਲੱਗਦਾ ਹੈ। ਇਹ ਜੋ ਸ਼ਬਦ ਦਾ ਜਾਪ ਹੈ, ਜੋ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ, ਇਹ ਜਾਪ, ਇਹ ਸ਼ਬਦ ਆਨੰਦ ਬਣੇ, ਅਧਿਆਤਮਕ ਸ਼ਕਤੀ ਬਣੇ, ਰੱਬੀ ਨੂਰ ਬਣੇ, ਕੁਛ ਵਕਤ लगेगा, ਕੁਛ ਸਮਾਂ लगेगा। ਬੀਜ ਅੱਜ ਬੋਈਏ ਤਾਂ ਬੋਇਆ ਹੋਇਆ ਬੀਜ ਅੱਜ ਫਲ ਤੱਕ ਨਹੀਂ ਪਹੁੰਚਦਾ, ਕੁਝ ਪ੍ਰਤੀਕਸ਼ਾ ਕਰਨੀ ਪੈਂਦੀ ਹੈ, ਕੁਝ ਇੰਤਜ਼ਾਰ ਕਰਨਾ ਪੈਂਦਾ ਹੈ। ਹੂ ਬਹੂ ਇਹ ਜਪ, ਇਹ ਤੇ ਬੋਇਆ ਹੈ ਬੀਜ, ਪਰ ਇਹ ਬੋਇਆ ਹੋਇਆ ਬੀਜ ਫਲ ਤੱਕ ਪਹੁੰਚੇ। ਬੀਜ ਜਪ ਹੈ, ਫਲ ਆਨੰਦ ਹੈ। ਫਲ ਦਾ ਨਾਂ ਆਨੰਦ ਹੈ, ਔਰ ਜਪ ਬੀਜ ਹੈ। ਜਪ ਕਰਦਿਆਂ ਹੀ ਕਰਦਿਆਂ ਜਪ ਹੀ ਆਨੰਦ ਬਣ ਜਾਂਦਾ ਹੈ। ਤੋ ਰਸਨਾ ਜਪ ਕਰੇ, ਜਪ ਸੱਚ ਦਾ, ਉਸ ਸੱਚ ਦੇ ਕੀਰਤਮ ਨਾਮ ਅਨੇਕਾਂ ਨੇ। ਜੈਸੇ ਕਿ ਸਤਿਗੁਰੂ ਫਰਮਾਨ ਕਰਦੇ ਨੇ, ਕੀਰਤਮ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾ ਪੂਰਬਲਾ। ਚੂੰਕਿ ਤੇਰੀ ਹਸਤੀ ਸਤ ਹੈ, ਇਸ ਵਾਸਤੇ ਤੇਰਾ ਨਾਮ ਵੀ ਸਤ ਹੈ। ਫਿਰ ਅਗਾਂਹ ਚੱਲ ਕੇ ਸਤਪੁਰਸ਼ਾਂ ਨੇ, ਦੈਵੀ ਪੁਰਸ਼ਾਂ ਨੇ ਉਸ ਪਰਿਪੂਰਨ ਪ੍ਰਮਾਤਮਾ ਦੇ ਉਪਨਾਮ ਵੀ ਰੱਖੇ ਨੇ, ਤਖੱਲੁਸ ਵੀ ਰੱਖੇ ਨੇ, ਸਫਾਤੀ ਨਾਮ। ਕੁਝ ਸਿਫਤ ਵੇਖ ਕੇ, ਕੁਝ ਖੂਬੀਆਂ ਵੇਖ ਕੇ ਉਸ ਪ੍ਰਮਾਤਮਾ ਦੇ ਨਾਮ ਰੱਖੇ ਗਏ ਨੇ। ਇੱਕ ਖੂਬੀ ਵੇਖੀ ਗਈ ਕਿ ਰੱਬ ਰਮਿਆ ਹੋਇਆ ਹੈ, ਤਾਂ ਪੁਰਾਣੇ ਰਿਸ਼ੀ ਮੁਨੀਆਂ ਦੀ ਰਸਨਾ ਤੋਂ ਨਿਕਲਿਆ ਰਾਮ। ਦਿਖਾਈ ਦਿੱਤਾ ਕਿ ਪ੍ਰਮਾਤਮਾ ਨਿਰਲੇਪ ਹੈ, ਉਸ ਦੀ ਖੂਬੀ ਹੈ, तो सफाती नाम रसना तो निकलिया निरंजन। अंजन तो रहत, माया तो रहत, कालक तो रहत। फिर रसना तो निकलिया कृष्ण। कृष्ण का मतलब है कशिश नहीं, जिस दे खिच नहीं है, पकड़ नहीं है संसार दे, संसार दी पकड़ नहीं है, जगत दे, जगत दे लिपायमान नहीं है, कोई खिच नहीं है। जो कशिश तो न्यारा एक पासे है, खिच तो एक पासे है। हू बहु इसे तरीके नाल गोपाल दा मतलब सृष्टि दा पालनहार एक कृत है, कीर्तम नाम है, और इसे तरीके नाल उसदा ना अकाल है, समय तो परे। ये उसदी एक खूबी है। गुरु नानक देव जी महाराज ने उस परिपूर्ण परमात्मा नूं, उस सच नूं नाम दिता है वाहिगुरु। हे ईश्वर, तू वाह है, आश्चर्य है। जो तेरे नेड़े आउंदा है ਉਹਦੇ ਅੰਦਰ ਚਾਨਣਾ ਹੀ ਚਾਨਣਾ ਹੁੰਦਾ, ਉਹਦਾ ਅੰਧਕਾਰ ਦੂਰ ਹੋ ਕੇ ਉਸ ਨੂੰ ਪ੍ਰਕਾਸ਼ ਮਿਲਦਾ ਹੈ। ਇਹ ਤੇਰੀ ਖੂਬੀ ਹੈ, ਇਹ ਤੇਰੀ ਸਿਫਤ ਹੈ। ਆਦਿ ਕਾਲ ਤੋਂ ਭਾਰਤ ਦੇ ਵਿੱਚ ਗੁਰਮੰਤਰ ਗੁਪਤ ਰੱਖਦੇ ਰਹੇ ਨੇ, ਔਰ ਅਧਿਕਾਰੀ ਨੂੰ ਜਪਣ ਦਾ ਉਪਦੇਸ਼ ਕਰਦੇ ਰਹੇ ਨੇ ਪ੍ਰਾਚੀਨ ਰਿਸ਼ੀ ਮੁਨੀ। ਜਿੰਨੇ ਚਿਰ ਤੱਕ ਅਗਲਾ ਬੰਦਾ ਦੀਕਸ਼ਿਤ ਹੋਣ ਵਾਸਤੇ ਤਿਆਰ ਨਾ ਹੋਵੇ, ਦੀਕਸ਼ਿਤ ਹੋਣਾ ਇਹ ਉਹਦੀ ਤਿਆਰੀ ਹੈ ਨਾਮ ਜਪਣ ਦੀ। ਔਰ
ਪ੍ਰਾਚੀਨ ਰਿਸ਼ੀ ਮੁਨੀ ਦੇਖ ਲੈਂਦੇ ਸਨ, ਇਹ ਜੇ ਦੀਕਸ਼ਿਤ ਹੋਣ ਵਾਸਤੇ ਤਿਆਰ ਹੈ ਤਾਂ ਫਿਰ ਇਸ ਨੂੰ ਗੁਰ ਮੰਤਰ ਦੱਸ ਦੋ, ਗੁਰ ਮੰਤਰ ਜਪਣ ਦੀ ਪ੍ਰੇਰਨਾ ਦੇ ਦੋ। ਹੂ ਬਹੂ ਗੁਰੂ ਘਰ ਦੇ ਚ ਵੀ ਇਹ ਵਿਧੀ ਵਿਧਾਨ ਹੈ। ਔਰ ਜਦ ਕੋਈ ਅੰਮ੍ਰਿਤ ਛਕਣ ਨੂੰ ਤਿਆਰ ਹੋ ਜਾਂਦਾ ਹੈ, ਦੀਕਸ਼ਿਤ ਹੋਣ ਨੂੰ ਤਿਆਰ ਹੋ ਜਾਂਦਾ ਹੈ, ਪੰਜ ਪਿਆਰੇ ਫਿਰ ਉਸ ਨੂੰ ਗੁਰ ਮੰਤਰ ਦਾ ਜਪ ਦਾ ਸੰਦੇਸ਼ ਉਪਦੇਸ਼ ਦਿੰਦੇ ਨੇ ਵੀ ਤੂੰ ਇਸ ਮੰਤਰ ਨੂੰ ਜਪਣਾ ਹੈ, ਵਾਹਿਗੁਰੂ ਵਾਹਿਗੁਰੂ ਦਾ ਰਟਨ ਕਰਨਾ ਹੈ, ਮੂਲ ਮੰਤਰ ਤੂੰ ਜਪਣਾ ਹੈ। ਹੁਕਮਨ ਵਾਹਿਗੁਰੂ ਮੰਤਰ ਕਿਧਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਗੁਰ ਦਰਜ ਕਰ ਦਿੰਦੇ ਬਈ ਇਹੀ ਗੁਰ ਮੰਤਰ ਹੈ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਂਝੇ ਗ੍ਰੰਥ ਨਹੀਂ ਰਹਿੰਦੇ ਸਨ, ਕਿਉਂਕਿ ਫਰੀਦ ਅੱਲਾ ਅੱਲਾ ਜਪ ਕੇ ਪਹੁੰਚਿਆ, ਨਾਮਦੇਵ ਬਿਠਲ ਬਿਠਲ ਜਪ ਕੇ ਪਹੁੰਚਿਆ, ਕਬੀਰ ਸਤਨਾਮ ਦੀ ਧੁਨੀ ਦੇ ਚ ਲੀਨ ਰਹਿੰਦੇ ਸਨ, ਰਾਮਾਨੰਦ ਪਰਮਾਨੰਦ ਰਾਮ ਰਾਮ ਜਪਦੇ ਸਨ। ਸਾਰਿਆਂ ਦੇ ਇਹ ਮੰਤਰ ਵੱਖ ਵੱਖ ਸਨ। ਬਿਠਲ ਵੀ ਇੱਕ ਕਿਰਤਮ ਨਾਮ ਹੈ ਜੋ ਅਕਸਰ ਨਾਮਦੇਵ ਜੀ ਜਪਦੇ ਸਨ। ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹਿਓ ਤੂੰ ਸਰਬ ਮਹੀਂ। ਭਗਤ ਜੈਦੇਵ ਜੀ ਮਹਾਰਾਜ ਗੋਬਿੰਦ ਗੋਬਿੰਦ ਇਸ ਤਰ੍ਹਾਂ ਜਪਦੇ ਸਨ। ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿੱਧ ਪਦਨ, ਜੈਦੇਵ ਆਇਓ ਤਸੁ ਫਟੰ, ਭਉ ਭੂਤ ਸਰਬ ਗਤੰ। ਤੋ ਸਤਿਗੁਰੁਦੇਵ ਜੀ ਮਹਾਰਾਜ ਨੇ ਗੁਰਮੰਤਰ ਚੁਣਿਆ, ਵਾਹਿਗੁਰੂ ਹੇ ਈਸ਼ਵਰ ਤੂੰ ਅਚਰਜ ਹੈ। ਜੋ ਤੇਰਾ ਜਪ ਕਰਦਾ, ਜੋ ਤੇਰੇ ਨੇੜੇ ਆਉਂਦਾ ਹੈ, ਉਸ ਦਾ तमाम ਅੰਧਕਾਰ ਦੂਰ ਕਰਕੇ ਤੂੰ ਉਸ ਨੂੰ ਚਾਨਣਾ ਦੇ ਦੇਣਾ। ਤੋ ਪ੍ਰਥਮ ਪਹਿਲੀ ਬਾਣੀ ਹੈ ਜਪ। ਇਹ ਬਾਣੀ ਪ੍ਰੇਰਨਾ ਕਰ ਰਹੀ ਹੈ ਤੂੰ ਜਪਣਾ ਹੈ, ਰਸਨਾ ਨਾਲ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਇਹ ਜਪ ਆਨੰਦ ਨਹੀਂ ਬਣਦਾ। ਕੇਸੋ ਕੇਸੋ ਕੂਕੀਏ ਨਾ ਸੋ ਇਹ ਆਸਾਰ, ਰਾਤ ਦਿਨ ਅਸਕੇ ਕੂਕਨੇ, ਕਭੈ ਕੇ ਸੁਨੇ ਪੁਕਾਰ। दिन रात बोली जा बोली जा बोली जा, उतने चिर तक बोल जितने चिर तक तैनू अबोल अवस्था प्राप्त नहीं होंदी। तो पहली बाणी नितनेम दी जप है। जप यात्रा दा आरंभ है, रस्ते च कुछ होर पड़ाव ने। जद मनुख दी रसना जप आरंभ कर देंदी है, सच दा जप आरंभ कर देंदी है, अमृत वेले जप शुरू हो जाता है। धुन आवाज दे नाल गुंजार दे नाल ये जप आरंभ होंदा है, तो जप जाप बन जाता है। जप ते जाप दे च अंतरा की है? जप रसना ने करना है, जाप प्राणा ने करना है, श्वास ग्रास ने करना है। जिसदा जिक्र गुरु नानक देव जी महाराज इंज करते ने कि दम दम सदा समालदा, दम ना बिरथा जाए। हुण ਜ਼ਬਾਨ ਦੇ ਨਾਲ ਮੈਨੂੰ ਜਪ ਕਰਨ ਦੀ ਲੋੜ ਨਹੀਂ, ਹੁਣ ਜ਼ਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਆਖਣ ਦੀ ਲੋੜ ਨਹੀਂ। ਹੁਣ ਤੇ ਜੈਸੇ ਸਵਾਸ ਗਰਾਸ ਚੱਲ ਰਹੇ ਨੇ, ਵਾਹਿਗੁਰੂ ਸ਼ਬਦ ਚੱਲ ਰਿਹਾ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਜੈਸੇ ਬੁਰਕੀ ਪਹਿਲੇ ਮੂੰਹ 'ਚ ਹੈ, ਫਿਰ ਮੂੰਹ ਤੋਂ ਬਾਅਦ ਮੈਦੇ 'ਚ ਪਹੁੰਚਦੀ ਹੈ, ਫਿਰ ਉੱਥੇ ਗਲਦੀ ਹੈ, ਪਚਦੀ ਹੈ, ਫਿਰ ਉਸ ਦਾ ਰਸ ਬਣਦਾ ਹੈ, फिर खून बन के समुचे शरीर नू जो है मिलता है। हू बहु इसे तरीके नाल जप पहले रसना ते है, ते जद गहरा चला जाता है तो जप प्राणा दे च रम जाता है, श्वास ग्रास दे च रम जाता है, ते जद श्वास ग्रास दे च रम जाता है वो जाप कहलांदा है। जिस तरह श्वास ग्रास अपने आप चल रहे हैं, असी नहीं लै रहे, श्वास अपने आप चल रहे हैं। जे किधरे ये जिम्मेवारी भी साडी आउंदी, जिस तरह पानी पीना साडी जिम्मेवारी है, रोटी खाना साडी जिम्मेवारी है, ते जे किधरे श्वास लेना भी साडी जिम्मेवारी होंदी, तां फिर जद असी रात नूं सौ जांदे हां उदों कौन श्वास लैंदा? फिर ते श्वास रुक ही जाने सन, फिर ते असी मर ही जाना सी। नहीं, कादर करीम ने ये अपने आप चलाए हुए ने, और ये डोरी परमात्मा ने अपने हथ च रखी है। इस वास्ते सतगुरु कहंदे ने, प्रभ डोरी हाथ तुम्हारे, ये डोरी तेरे हत्थां च, ये तू पकड़ पकड़ी होई है। तो हुण जप जाप बन गया है, क्योंकि शब्द प्राणा दे च रम गया है। एक शब्द मेरे प्राण बसत हैं, बहुड़ जन्म ना आवा।
ਇਸੇ ਤਰ੍ਹਾਂ ਦਾ ਸੰਦੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਦੇ ਨੇ ਅਭਿਆਸੀਆਂ ਨੂੰ ਕਿ ਲਬਾ ਲੱਭੇ ਕੁਨ ਦਮ ਬਦਮ ਨੋਸ਼ਕੁਨ ਗਮੇ ਹਰ ਦੋ ਆਲਮ ਫਰਾਮੋਸ਼ਕੁਨ। ਜੇ ਦੋ ਜਹਾਨਾਂ ਦੇ ਗਮ ਤੋਂ ਦੂਰ ਕਰਨਾ ਚਾਹਨਾ ਹੈ ਤਾਂ ਹਰ ਦਮ ਦੇ ਪਿਆਲੇ ਵਿੱਚ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਭਰ, ਆਬੇ ਹਯਾਤ ਭਰ। ਭਾਈ ਸਾਹਿਬ ਭਾਈ ਨੰਦ ਲਾਲ ਜੀ ਮਹਾਰਾਜ ਫਰਮਾਨ ਕਰਦੇ ਨੇ ਯਕਦਮ ਬਖੇਸ਼ ਰਾ ਨ ਬੁਰਦਮ ਕੇ ਕੀਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ। ਮੈਂ ਇੱਕ ਦਮ ਦੀ ਵਿਚਾਰ ਹੀ ਨਾ ਕੀਤੀ ਕਿ ਦਮ ਕਿਤਨਾ ਕੀਮਤੀ ਹੈ। ਦਮ ਮੇਰਾ ਖਾਲੀ ਪਿਆਲਾ ਹੈ। ਦਮ ਦਮ करके जिंदगी ढेर हो गई, जिंदगी व्यतीत हो गई, खाली दम ही चले गए। भाई साहब कहते हैं मैनू उस वक्त बहुत अफसोस आउंदा है, पश्चाताप आउंदा है जिहड़ा दम ईश्वर दी याद तो बिना लंघ जांदा है। वाए बरनफ से के बेहुदा गुयस्त अल गयाज अज गफलते मां अल गयाज। अफसोस है मैनू उस सुस्ती ते, उस काली ते, उस आलस ते जिहड़ा दम उसदी याद तो बिना लंघिया। तो जप जद जाप बनता है तो परमात्मा दा नाम प्राणा दे च रम जांदा है, श्वास ग्रास दे च रम जांदा है। पहचान किस तरह होवेगी कि इहदे प्राणा दे च रम गया, ओदी तबीयत हर वक्त झुकी हुई होवेगी, ओ निर्माणता दी मूर्ति होवेगा, ओ सजदे दे च होवेगा। जाप साहब दी बाणी तमाम सजदे दी बाणी है। नमस्तं अकाले, नमस्तं कृपाले, नमस्तं अरूपे, नमस्तं अनूपे, नमस्तं अभेखे। तो गरज के ये तमाम परमात्मा दे रूपां नूं नमस्कार है। नमो सूरज सूरजे, नमो चंद्र चंद्रे, नमो राज राजे, नमो इंद्र इंद्रे। नमस्कार है, नमस्कार है। हे इंद्रां दे इंद्र, हे सूरजां दे महासूरज, हे चंद्रमा दे महाचंद्रमा, हे अकाल, हे दयाल, नमस्कार है तेनू। नमो सर्व रोगे, नमो सर्व भोगे, नमो सर्व जीतं, नमो सर्व भीतं। सारी बाणी नमो नमो नमस्कार है, सजदा है। जप जदों जाप बनदा है ऐसा पुरुष अठे पैर सजदे दे च होवेगा, हर वक्त झुके होया, हर वक्त हथ जुड़े होए, हर वक्त मस्तक उसदा भोए ते, क्योंकि हर वस्तु उन्होंने परमात्मा दा रूप प्रतीत हो रही है। झुकदा जा रहा है, सजदा करदा जा रहा है, मत्था टेकदा जा रहा है। ये पहचान है कि इस मनुख दा जप जाप बन गए और ये झुक गए, निर्माणता दी मूर्ति है। जिस तरह फल लगते ने दरख्तां नूं ते दरख्त झुक जाते ने, जप जद जाप बनता है मनुख दे अंदर झुकाव पैदा हो जाता है, मनुख दे अंदर निर्माणता दा जन्म होंदा है। सहजे सहजे ये जाप बैराग दी शक्ल अख्तियार कर जाता है। बैराग संसार तो उपरामता, जगत दे च ऐसा कुछ भी नहीं जो मैनू तृप्त कर सके, और समूह जगत नासवंत है। तो तीसरी बाणी सवैयां दी बाणी बैराग दी बाणी है। माथे मतंग जरे जर संग, अनूप उतंग सुरंग सवारे, कोट तुरंग कुरंग से कूदत, पौन के गौन को जात निवारे, भारी भुजान के भूप बली बिद, न्यावत शीस न जात बिचारे, एते भय तो कहाँ भय भूपत, अंत को नांगे ही पाए पधारे। उपरामता बैरागमई बिरती मौत नूं वेख के परबल रूप विच पैदा होंदी है। मौत दा मतलब है नास, सुपनियां दा अंत, जीवन दा अंत। खास करके जप करने वाले नूं बहुता चोट कर जाएगा। जगत दे ते कुछ भी ऐसा नहीं जो सदैवी होवे, जगत दे ते कुछ भी ऐसा नहीं जो तृप्ति दे सके, प्रसन्नता दे सके। तो फिर बैराग दा जन्म होंदा है, उपरामता दा जन्म होंदा है। संसार तो बिरती निराश हो जाती है, काम भी कर रहा है पर है भी निराश। इसनों गुरु नानक देव जी महाराज कहते ने, आसा माए निराश वलाए, निहचो नानक करते पाए। आसा दे च निराश रवे
ਕਿਰਤ ਕਰਦਿਆਂ ਹੋਇਆਂ ਅਕਿਰਤਮ ਹੋ ਜਾਏ, ਕਰਮ ਕਰਦਿਆਂ ਹੋਇਆਂ ਅਕਰਮ ਹੋ ਜਾਏ, ਸਭ ਕੁਝ ਕਰਦਿਆਂ ਹੋਇਆਂ ਚਾਹਤ ਤੋਂ ਬਿਨਾਂ ਹੋ ਜਾਏ। ਇਸ ਨੂੰ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ, ਆਸਾ ਮਾਏ ਨਿਰਾਸ਼ ਵਲਾਏ, ਨਿਰਾਸ਼ ਹੋ ਗਏ। ਸੰਸਾਰੀ ਵੀ ਕਦੀ ਕਦੀ ਨਿਰਾਸ਼ ਹੋ ਜਾਂਦੇ ਨੇ। ਕੋਈ ਦੁੱਖ ਦੀ ਬਹੁਤ ਗਹਿਰੀ ਚੋਟ ਲੱਗੀ ਹੈ, ਨਿਰਾਸ਼ਾ ਅੰਦਰ ਪੈਦਾ ਹੋਈ ਹੈ। ਇਹ ਨਿਰਾਸ਼ਾ ਆਤਮ ਹੱਤਿਆ ਦੀ ਸੂਚਨਾ ਦਿੰਦੀ ਹੈ। ਇਹ ਨਿਰਾਸ਼ਾ ਆਤਮ ਹੱਤਿਆ ਦੀ ਪ੍ਰੇਰਨਾ ਦਿੰਦੀ ਹੈ। ਪਰ ਜਿਸ ਦਾ ਜਾਪ ਬਣ ਗਿਆ ਤੇ ਜਿਸ ਦਾ ਜਾਪ ਅੰਦਰੋਂ ਉਪਰਾਮਤਾ ਤੇ ਨਿਰਾਸ਼ਾ ਨੂੰ ਜਨਮ ਦਿੰਦਾ ਹੈ, ਉਹ ਨਿਰਾਸ਼ਾ ਕ੍ਰਾਂਤੀ ਨੂੰ ਜਨਮ ਦਿੰਦੀ ਹੈ, ਜੀਵਨ ਨੂੰ ਬਦਲਣ ਦੀ ਪ੍ਰੇਰਨਾ ਦਿੰਦੀ ਹੈ, ਜੀਵਨ ਨੂੰ ਖਤਮ ਕਰਨ ਦੀ ਪ੍ਰੇਰਨਾ ਨਹੀਂ। ਨਿਰਾਸ਼ ਹੋਇਆ ਮਨੁੱਖ ਆਖਰ ਰਸਤੇ ਤੇ ਦੋ ਹੀ ਚੁਣੇਗਾ, ਜਾਂ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ, ਜਾਂ ਆਪਣੇ ਆਪ ਨੂੰ ਖਤਮ ਕਰਨਾ ਜਾਂ ਆਪਣੇ ਆਪ ਨੂੰ ਬਦਲਣਾ। ਤੋ ਬੈਰਾਗੀ ਮਨੁੱਖ ਜੋ ਨਿਰਾਸ਼ ਹੋਇਆ ਹੈ ਪੂਰਨ ਤੌਰ ਤੇ, ਜਾਪ ਕਰਦਿਆਂ ਹੋਇਆਂ ਉਹਦੇ ਅੰਦਰ ਘੋਰ ਨਿਰਾਸ਼ਾ ਪੈਦਾ ਹੁੰਦੀ ਹੈ ਵੀ ਸਭ ਕੁਛ ਨਾਸਵੰਤ ਹੈ। ਇੱਥੇ ਤੇ ਦਿਨ ਰਵ ਚਲੇ, ਨਿਸ ਸਸ ਚਲੇ, ਤਾਰਖਾ ਲਖ ਪਰੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਇੱਥੇ ਤੇ ਸਭ ਕੁਝ ਚਲਾਇਮਾਨ ਹੈ, ਇੱਥੇ ਤੇ ਕੁਛ ਵੀ ਅਸਥਿਰ ਨਹੀਂ। ਬਹੁਤ ਗਹਿਰੀ ਚੋਟ ਲੱਗਦੀ ਹੈ। ਔਰ ਸਵਈਆਂ ਦੀ ਬਾਣੀ, ਬੈਰਾਗਮਈ ਬਾਣੀ, ਜਿਸ ਦੇ ਚ ਕਹਿ ਦਿੱਤਾ ਗਿਆ, ਇਹ ਤੇ ਭੈ ਤੋ ਕਹਾਂ ਭੈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜਿਨ੍ਹਾਂ ਦੇ ਨਾਮ ਬੜੇ ਉਜਾਗਰ ਸਨ, ਜਿਨ੍ਹਾਂ ਦੇ ਆਲੇ ਦੁਆਲੇ ਸਜਦੇ ਕਰਨ ਵਾਲਿਆਂ ਦੀ ਭਰਮਾਰ ਰਹਿੰਦੀ ਸੀ, ਮੂੰਹੋਂ ਇੱਕ ਬੋਲ ਨਿਕਲੇ ਤੇ ਹਜ਼ਾਰਾਂ ਬੰਦੇ ਮੰਨਣ ਨੂੰ ਤਿਆਰ ਸਨ, ਇਹ ਤੇ ਭੈ ਤੋ ਕਹਾਂ ਭੈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜਾਪ ਕਰਦਿਆਂ ਬਿਰਤੀ ਇਤਨੀ ਬਾਰੀਕ ਹੋ ਜਾਂਦੀ ਹੈ ਕਿ ਬੈਰਾਗ ਪੈਦਾ ਹੋ ਜਾਂਦਾ ਹੈ, ਉਪਰਾਮਤਾ ਜਨਮ ਲੈਂਦੀ ਹੈ, ਨਿਰਾਸ਼ਾ ਜਨਮ ਲੈਂਦੀ ਹੈ। ਔਰ ਇਹ ਨਿਰਾਸ਼ਾ, ਇਹ ਉਪਰਾਮਤਾ, ਇਹ ਬੈਰਾਗ ਜੀਵਨ ਪਰਿਵਰਤਨ ਕਰਨ ਤੇ ਮਜਬੂਰ ਕਰਦੀ ਹੈ, ਜ਼ਿੰਦਗੀ ਨੂੰ ਬਦਲਣਾ, ਕ੍ਰਾਂਤੀ ਦਾ ਜਨਮ ਹੁੰਦਾ ਹੈ। ਤੋ ਦੋ ਹੀ ਮਾਰਗ ਹੈ ਨਿਰਾਸ਼ ਹੋਏ ਮਨੁੱਖ ਵਾਸਤੇ, ਜਾਂ ਆਤਮਘਾਤ ਜਾਂ ਆਤਮ ਕ੍ਰਾਂਤੀ। ਸੰਸਾਰੀ ਆਤਮਘਾਤ ਦਾ ਰਸਤਾ ਚੁਣਦਾ ਹੈ, ਭਗਤ ਆਤਮ ਕ੍ਰਾਂਤੀ ਦਾ ਰਸਤਾ ਚੁਣਦਾ ਹੈ। ਬੈਰਾਗ ਬਿਰਹੇ ਦੀ ਸ਼ਕਲ ਅਖਤਿਆਰ ਕਰ ਜਾਂਦਾ ਹੈ। ਔਰ ਬਿਰਹਾ ਇੱਕ ਐਸੀ ਅਗਨ ਹੈ ਜਿਹਦੇ ਚ ਤਮਾਮ ਔਗੁਣ ਜਲ ਕੇ ਰਾਖ ਹੋ ਜਾਂਦੇ ਨੇ। ਔਰ ਜਿੱਥੇ ਬਿਰਹੇ ਅਗਨ ਨਹੀਂ ਹੋਵੇਗੀ, ਉੱਥੇ ਫਿਰ ਤ੍ਰਿਸ਼ਨਾ ਦੀ ਅਗਨ ਹੈ, ਤੇ ਤ੍ਰਿਸ਼ਨਾ ਦੀ ਅਗਨ ਤਮਾਮ ਗੁਣਾਂ ਨੂੰ ਸਾੜ ਕੇ ਰਾਖ ਕਰ ਦਿੰਦੀ ਏ। ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਗੁਣ ਨਹੀਂ ਹੋਣਗੇ, ਔਰ ਬਿਰਹੀ ਮਨੁੱਖ ਦੇ ਅੰਦਰ ਕੋਈ ਔਗੁਣ ਨਹੀਂ ਹੋਵੇਗਾ, ਕਿਉਂਕਿ ਬਿਰਹਾ ਇੱਕ ਐਸੀ ਅਗਨ ਹੈ, ਤਮਾਮ ਪਤਿਤ ਸੰਸਕਾਰਾਂ ਨੂੰ ਧੋ ਦਿੰਦਾ ਹੈ। ਬਿਰਹਾ ਇੱਕ ਐਸੀ ਅਗ ਹੈ ਕਿ ਤਮਾਮ ਪਤਿਤ ਸੰਸਕਾਰ, ਪਾਪ ਜੋ ਹੈ ਸਾੜ ਕੇ ਰੱਖ ਦਿੰਦਾ ਹੈ, ਜਲਾ ਕੇ ਰੱਖ ਦਿੰਦਾ ਹੈ। ਅਗਨੀ ਦਾ ਕੰਮ ਹੀ ਹੈ ਜਲਾਣਾ, ਚਾਹੇ ਉਹ ਬਿਰਹੇ ਅਗਨ ਹੋਵੇ, ਚਾਹੇ ਤ੍ਰਿਸ਼ਨਾ ਦੀ ਅਗਨ ਹੋਵੇ। ਤ੍ਰਿਸ਼ਨਾ ਦੀ ਅਗਨ ਗੁਣਾਂ ਨੂੰ ਸਾੜਦੀ ਹੈ, ਬਿਰਹੇ ਦੀ ਅਗਨ ਔਗੁਣਾਂ ਨੂੰ ਸਾੜਦੀ ਹੈ। ਤ੍ਰਿਸ਼ਨਾਲੂ ਦੇ ਚ ਕੋਈ ਗੁਣ ਨਹੀਂ, ਬਿਰਹੀ ਦੇ ਚ ਕੋਈ ਔਗੁਣ ਨਹੀਂ। ਬੈਰਾਗ ਇੱਕ ਮਾਨਸਿਕ ਅਵਸਥਾ ਹੈ। ਘੋਰ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਔਰ ਪੂਰਨ ਤੌਰ ਤੇ ਪ੍ਰਤੀਤ ਹੋ ਜਾਂਦਾ ਕਿ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ। ਐਸੀ ਕੋਈ ਸਾਮਗਰੀ ਨਹੀਂ ਜੋ ਮੇਰੀ ਪ੍ਰਸੰਨਤਾ ਦਾ ਬਾਇਸ ਬਣ ਸਕੇ। तो फिर ਇਹ ਮਨੁੱਖ ਜਗਤ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਕਰਦਾ ਹੈ। ਬੈਰਾਗੀ ਸੰਸਾਰ ਤੋਂ ਉਪਰਾਮ ਹੈ, ਨਿਰੰਕਾਰ ਦਾ ਅਜੇ ਮਿਲਨ ਹੋਇਆ ਨਹੀਂ, ਵਿਚਕਾਰ ਖੜਾ ਹੈ। ਤੀਸਰੀ ਬਾਣੀ ਉਸ ਪੁਰਸ਼ ਦੀ ਹੈ, ਉਸ ਦੀ ਮਾਨਸਿਕ ਅਵਸਥਾ ਦਾ ਰੂਪ ਸਾਹਮਣੇ ਰੱਖ ਰਹੀ ਹੈ ਜੋ ਮੱਧ ਦੇ ਚ ਪਹੁੰਚ ਗਿਆ। ਵਾਟ ਉਸਨੇ ਅੱਧੀ ਤੈਅ ਕਰ ਲਈ ਹੈ, ਪਹੁੰਚਣਾ ਹੈ ਉਸਨੇ ਆਨੰਦ ਦੇ ਦੇਸ਼। ਬੈਰਾਗ ਤੱਕ ਪਹੁੰਚ ਗਿਆ, ਬਿਰਹੇ ਤੱਕ ਪਹੁੰਚ ਗਿਆ। ਇਹ ਬਿਰਹਾ ਬਾਰ ਬਾਰ ਹੰਝੂਆਂ ਦੇ ਰੂਪ ਦੇ ਚ ਪ੍ਰਗਟ ਹੁੰਦਾ ਹੈ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੇ ਜਿਉ। ਜਿਸ ਦਾ ਜਪ ਕੀਤਾ ਹੈ ਰਸਨਾ ਨੇ, ਤੇ ਜਿਸ ਦਾ ਜਪ ਕੰਨਾਂ ਨੇ ਸੁਣਿਆ, ਹੁਣ ਅੱਖਾਂ ਤਰਸਦੀਆਂ ਨੇ ਉਹਨੂੰ ਵੇਖਣ ਵਾਸਤੇ। ਜ਼ਬਾਨ ਨੇ ਜਪ ਲਿਆ, ਕੰਨਾਂ ਨੇ ਸੁਣ ਲਿਆ,
तो अखां हुण एक पासे किस तरह होवन, हुण अखां वेखना चाहदियां ने। इस वास्ते सतगुरु उस बैरागी अवस्था का जिक्र कर दिन, हो रह ना सका बिन देखे प्रीतमा, मैं नीर वहे वह चले जियो। भाई साहब भाई नंद लाल दा ते इथे तक कथन है कि शाखे उम्मीद आशिक हर गिस समर न गईरद, अज आब अशके मैं जगा ता सबज तर न बाशद। ऐ उम्मीद दा बूटा लाण वाले अभ्यासी मनुख, इस बूटे नू मिलाप दा फल नहीं लगेगा। क्यों कि तू हंजुआं दा पानी, अखां दा पानी इस बूटे च पाया ही नहीं। अगां चल के आप कहंदे ने, दो चशम मन के दरिया ए अजीमुल शान ए गोया, जहर अशकंबवद शादाबिए सरबाग बाग ई जा। भाई जी कहंदे ने, मेरी दो अखां दे दो हंजू ऐसे अजीमुल शान दरिया ने ਜਿਹਦੇ ਨਾਲ ਹਜ਼ਾਰਾਂ ਬਾਗਾਂ ਨੂੰ ਹਰਾ ਭਰਾ ਕੀਤਾ ਜਾ ਸਕਦਾ ਹੈ, ਭਾਵ ਹਜ਼ਾਰਾਂ ਹਿਰਦਿਆਂ ਨੂੰ ਅੰਦੋਲਿਤ ਕੀਤਾ ਜਾ ਸਕਦਾ ਹੈ, ਪ੍ਰੇਰਨਾ ਦਿੱਤੀ ਜਾ ਸਕਦੀ ਹੈ। ਬੈਰਾਗੀ ਬਹੁ ਪੱਖੀ ਪ੍ਰੇਰਨਾ ਦਿੰਦਾ ਹੈ। ਉਹਦਾ ਬਿਰਹੇ ਵਿੱਚ ਡੁੱਬਾ ਰਹਿਣਾ, ਈਸ਼ਵਰ ਦੀ ਤਲਾਸ਼, ਈਸ਼ਵਰ ਦੀ ਖੋਜ, ਉਸ ਤੋਂ ਬਿਨਾਂ ਰਹਿਣਾ ਹੁਣ ਕਠਨ ਹੈ। ਬਿਰਹਾ ਇੱਕ ਪੀੜਾ ਹੈ। ਜਿਸ ਤਰ੍ਹਾਂ ਪਰਸੂਤ ਦੀ ਪੀੜਾ ਤੋਂ ਲੰਘੇ ਬਿਨਾਂ कोई भी स्त्री अपनी गोद विच खूबसूरत बच्चा नहीं वेख सकती। बिरहे दी पीड़ा तो लंघे बिना परमात्मा दा मिलन भी नहीं, परमात्मा दी प्राप्ति भी नहीं। इस वास्ते बिरही मनुखा ने बिरहे दे बड़े बड़े गीत गाए ने। बिरहा बिरहा आखिए बिरहा तू सुल्तान फरीदा, जित तन बिरहे न उपजे सो तन जान मसान। जिस तन दे अंदर बिरहे दी अगन नहीं पैदा हुई, उत्थे तृष्णा दी अगन होवेगी। फर्क सिर्फ इतना है कि शमशान घाट दे च मुर्दे सड़दे ने, ये जीवदा जागदा तृष्णा दी अग दे सड़ रहा है। ये चलदा फिरदा शमशान घाट है। वास्तविक ये भी मसान घाट है, क्योंकि जल रहा है अंदर दी अगन नाल, तृष्णा दी अगन नाल। बिरही मनुख रब्बी विछोड़े दी व्याकुलता अपने गीतां च परमात्मा दे अगों रखदा है, तो मिल। और ये पीड़ा कितनी प्रबल है, कितनी महान है, इसदा भाई साहब भाई गुरदास जी इंज जिक्र करते हैं। अग्न जरत जल बूढ़त सरप ग्रसे, शस्त्र अनेक रोम रोम कर घात है। तन अग्नि दे च सड़ रहे होवे, इस पीड़ा नूं इकट्ठा करिए। जल दे च कोई डुब रहे होवे ते डुबदियां जो पीड़ा आउंदी है, वो पीड़ा इकट्ठी करिए। सप ने डंग मारिया, जहर चढ़ना शुरू हो गई है, बंदा हुण तड़पना भी शुरू हो गया है, इस तड़पने नूं इकट्ठा करिए। शस्त्र अनेक रोम रोम कर घात है, अनेक तरह के शस्त्रां दे नाल तन दा रोम रोम जख्मी होवे, इस पीड़ा नूं भी इकट्ठा करिए। बिरथा अनेक अपदा अधीन दीनगत, ग्रीखम और सीत बरखमाए निस्परात है। पराई अधीनगी कबूल करनी पै रही होवे, अत्यंत मुफलसी होवे, उपजीविका दा कोई साधन ना होवे, गर्मी सर्दी ते बरखा तो बचण दा कोई उपराला ना होवे, कड़कदी गर्मी दे च तड़पना पै रहा होवे, बड़ी भारी ठंड दे च कड़कदी सर्दी दे च ठिठरना पै रहा होवे, ते बरसात तो बचण दा कोई उपराला ना होवे। ये जिहड़ी पीड़ा है भौतिक, ये भी इकट्ठी करिए। गौ दुज बधु बंस विश्वास बद कोट हत्या, तृष्णा अनेक दुख दोख समगात है। गऊ दा बध करना, ब्रह्म चिंतन करन वाले किसे भगत नूं मारना, कुल दा घात करना, ते इस तरह दे होर अनेकां पाप करने, ते इन्हां पापां नाल जो मानसिक पीड़ा आउंदी है, इस पीड़ा नूं भी इकट्ठा करिए। भाई साहब
ਭਾਈ ਗੁਰਦਾਸ ਜੀ ਅਗਾਂਹ ਚੱਲ ਕੇ ਫਰਮਾਨ ਕਰਦੇ ਨੇ, ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਧੇ, ਪੀਆ ਕੇ ਬਿਛੋ ਪਲ ਇੱਕ ਨਾ ਪੁਜਾਤ ਹੈ। ਸਾਰੇ ਦੁੱਖ, ਸਾਰੀਆਂ ਪੀੜਾਵਾਂ ਇਕੱਠੀਆਂ ਕਰਕੇ ਵੇਖੀਆਂ ਨੇ, ਪ੍ਰੀਤਮ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ, ਔਰ ਉਸ ਇੱਕ ਪਲ ਦੇ ਬਿਰਹੇ ਦੀ ਜਿਹੜੀ ਪੀੜਾ ਹੈ, ਇਹ ਸਾਰੀਆਂ ਪੀੜਾ ਉਸ ਪੀੜਾ ਦੇ ਸਾਹਮਣੇ ਤੁੱਛ ਨੇ, ਬੇਮੈਨੀ ਨੇ, ਕੁਝ ਖਾਸ ਅਸਥਾਨ ਹੀ ਨਹੀਂ ਰੱਖਦੀਆਂ। तो इस तो एक गल स्पष्ट हो गई कि रब ही बिरहा अत्यंत पीड़ा है, महान पीड़ा है। इतनी वड्डी जोत नूं अपने अंदरों जन्म देना है, महान पीड़ा तो लंघना पेगा। एक बच्चे नूं जन्म देण लगिया मां पीड़ा तो लंघदी है, एक भगत जद अपने विचों परमात्मा नूं जन्म देंदा है, प्रगट करदा ईश्वर नूं, बहुत लंबी बिरहे दी पीड़ा विचों लंघदा है। तो तीसरी बाणी बैराग दी बाणी है। इत्थे पहुंच के बंदा बार बार अपने आप नूं समझांदा है, एते भय तो कहां भय भूपते, अंत को नांगे ही पाए पधारे। अठे पैर ओ बिरहे बैराग दे च रंगिया रहिंदा है, संसार तो उपराम हो गया, संसार तो उच्चा उठ गया, पर अजे ईश्वर दा मिलन नहीं, अजे परमात्मा दा मिलना नसीब नहीं होया। परमात्मा दा मिलना आनंद दा मिलना है, आनंद दा मिलना परमात्मा दा मिलना है। आनंद शिखर है, सुख दे मुकाबले ते दुख है, और इसे तरीके नाल रोशनी दे मुकाबले ते अंधकार है, जीवन दे मुकाबले ते मौत है, तंदुरुस्ती दे मुकाबले ते बीमारी है, पर आनंद दे मुकाबले ते दूसरी कोई अवस्था नहीं। आनंद कल्ले दा कल्ला है। सुख दे मुकाबले तो दुख है। सुख पदार्थ तो मिलता है, सुख संसार तो मिलता है, आनंद निरंकार तो मिलता है, परमात्मा तो मिलता है। चूंकि परमात्मा कल्ला है, उस तो जो कुछ भी आया है उसका होर कोई मुकाबल नहीं। आनंद कल्ला है। तो आनंद तक कोई पहुंचे है, वो परमात्मा तक पहुंचे है, ईश्वर तक पहुंचे है। यात्रा दी आरंभता जप है, फिर जाप, जाप सो अजप्पा जापे, रसना नहीं चल रही, जाप जा रही है। फिर बैराग है। ये बैराग अरदास नूं जन्म देंदा है, प्रार्थना नूं जन्म देंदा है। बिरही मनुख फिर जोदड़ी करदा है, दुआ करन ते आ जांदा है, अरदास करन ते आ जांदा है। कहंदा है, हे प्रभु मैं जो कुछ करना सी कर लिया, हुण तू बख्शिश कर। मैं अपने कीतियां तेरे तक नहीं पहुंच सकिया, तू रहमत कर, तू बख्शिश कर। अंदरों बार बार प्रार्थना दा जन्म आउंदा है। आत्मदर्शी पुरुष कहते ने, कोई भी गुण, कोई भी अवगुण हिरदे दे इतने गहरे तल दे च नहीं उतरदा जितनी कि प्रार्थना उतरदी है। प्रार्थना बहुत गहरे जाती है, बहुत गहरे तल नूं छूंदी है। प्रार्थना निरंकार दी होंदी है, परमात्मा दी होंदी है, वासना संसार दी होंदी है। बिना वासना दे मनुख संसार नाल नहीं जुड़ सकता, और बिना प्रार्थना दे मनुख करतार नाल नहीं जुड़ सकता, मनुख ईश्वर नाल नहीं जुड़ सकता। तो बिरही मनुख परमात्मा दे तल ते आ जांदा है, अरदास दे तल ते आ जांदा है। जो संस्कृत दा लफ्ज प्रार्थना है, परशियन दे साहिबा ने शब्द सानू दिता है अरदास, अर्जे दाश्त, हाथ जोड़ के अर्जोई करनी, जोदड़ी करनी, बेनती करनी, मंग करनी। तो चौथी बाणी अरदास दी बाणी है, प्रार्थना दी बाणी है। हमरी करो हाथ दे रच्छा, पूर्ण होए चित्त की इच्छा, तौ चरणन मन रहे हमारा, अपना जान करो प्रतिपारा। हमरे दुष्ट सवै तुम घाओ, आप हाथ दे मोहे बचाओ। ये सारी बाणी प्रार्थना दी है, अरदास है, चौपाई अरदास है। ये चौथी स्टेज है, चौथा पड़ाव है। जप जद जाप बनता है, जाप जद बैराग बनता है, बैराग अरदास बन जाता है। पंज बाणियां नितनेम दियां, पंज बाणियां अध्यात्मक मंडल दियां पंज स्टेजां ने। जप जद पहुंच गया अरदास तक, ऐसा बंदा रब दे नेड़े आ गया, ऐसा बंदा ईश्वर दे नेड़े आ गया। ते जिसदा बैराग अरदास बनया,
ਐਸੇ ਪੁਰਸ਼ ਦੀ ਅਰਦਾਸ ਕਤਈ ਵਿਅਰਥ ਨਹੀਂ ਜਾਏਗੀ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਇਹਦੀ ਪ੍ਰਾਰਥਨਾ ਸਕਾਰਤ ਹੋਵੇਗੀ, ਇਹਦੀ ਪ੍ਰਾਰਥਨਾ ਸਫਲ ਹੋਵੇਗੀ, ਕਿਉਂਕਿ ਪ੍ਰਾਰਥਨਾ ਬਹੁਤ ਡੂੰਘੇ ਤਲ ਤੋਂ ਨਿਕਲ ਰਹੀ ਹੈ, ਬਿਰਹੀ ਹਿਰਦੇ ਤੋਂ ਨਿਕਲ ਰਹੀ ਹੈ, ਬੈਰਾਗੀ ਹਿਰਦੇ ਤੋਂ ਨਿਕਲ ਰਹੀ ਹੈ। और मंग है हे प्रभु तो मिल, तो चरणन मन रह हमारा, अपना जान करो प्रतिपारा। हे प्रभु तेरे चरना च चित जुड़िया रहे। अजे ते नेड़े ही आए हाँ, इन्ना रस है, इतना स्वाद है, और जब तेरे कोल पहुंच जावांगे कितना रस होवेगा, कितना स्वाद होवेगा। एक दिन ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਬਿਰਹੀ ਅਵਸਥਾ ਵਿੱਚ, ਬੈਰਾਗੀ ਅਵਸਥਾ 'ਚ, ਤੇ ਬੈਰਾਗਮਈ ਅਵਸਥਾ 'ਚ ਪ੍ਰਾਰਥਨਾ ਦਾ ਜਨਮ ਹੋ ਰਿਹਾ ਸੀ। हे ਪ੍ਰਭੂ ਤੂੰ ਮਿਲ, हे ਪ੍ਰਭੂ ਤੂੰ ਗਲਵਕੜੀ 'ਚ ਲੈ ਮੈਨੂੰ, हे ਪ੍ਰਮਾਤਮਾ ਆਪਣੀ ਨੇੜਤਾ ਪ੍ਰਦਾਨ ਕਰ। ਇਸ ਤਰ੍ਹਾਂ ਬੈਰਾਗ ਪ੍ਰਾਰਥਨਾ ਦਾ ਰੂਪ ਧਾਰਨ ਕਰ ਚੁੱਕਿਆ ਸੀ। ਇਸ ਤਰ੍ਹਾਂ ਬਿਰਹੇ ਅਰਦਾਸ ਦੀ ਸ਼ਕਲ ਅਖਤਿਆਰ ਕਰ ਗਿਆ ਸੀ। ਬੈਠੇ ਸਨ ਚੌਕੜਾ ਮਾਰ ਕੇ ਇਸ ਢੰਗ ਦੀ ਸਮਾਧੀ 'ਚ, ਤੋ ਆਏ ਨੇ ਉਸ ਵਕਤ ਕਵੀ ਜਮਾਲ ਹੁਸੈਨ, ਵਕਤ ਦਾ ਸੂਫੀ ਫਕੀਰ। ਹੱਥ ਦੇ 'ਚ ਗੁਲਾਬ ਦੇ ਫੁੱਲਾਂ ਦੀ ਮਾਲਾ ਹੈ। ਸਤਿਕਾਰ ਵਜੋਂ ਇਹ ਮਾਲਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗਲ ਦੇ 'ਚ ਪਾ ਦਿੱਤੀ। ਅੱਖਾਂ ਖੁੱਲੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ, ਚਿਹਰੇ ਤੇ ਕੋਈ ਪ੍ਰਸੰਨਤਾ ਨਹੀਂ ਪ੍ਰਗਟ ਹੋਈ। ਜਦ ਪ੍ਰਸੰਨਤਾ ਨਹੀਂ ਪ੍ਰਗਟ ਹੋਈ ਤਾਂ ਫਿਰ ਕੁਦਰਤੀ ਸੀ ਜਮਾਲ ਹੁਸੈਨ ਨੇ ਹੈਰਾਨ ਹੋਣਾ ਸੀ। ਹੈਰਾਨਗੀ ਨਾਲ ਪੁੱਛਦਾ ਹੈ, ਭਗਵਨ ਮੈਂ ਬੜੀ ਸ਼ਰਧਾ ਨਾਲ ਇਹ ਮਾਲਾ ਭੇਟ ਕੀਤੀ ਸੀ, ਪਰ ਆਪ ਦੇ ਚਿਹਰੇ ਤੇ ਕੋਈ ਰੋਸ ਪ੍ਰਗਟ ਹੋ ਰਿਹਾ ਹੈ, ਪ੍ਰਸੰਨਤਾ ਨਹੀਂ। ਸਤਿਗੁਰੂ ਉੱਥੇ ਕਹਿੰਦੇ ਨੇ, ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ, ਇਤੀ ਮੰਜ ਨ ਸਮਾਵਨੇ ਜੇ ਗਲ ਪਹਿਰਾ ਹਾਰ। ਐ ਜਮਾਲ ਹੁਸੈਨ ਮੈਂ ਅੰਤਿਸ਼ ਕਰਨ ਦੀ ਸੇਜਾ ਬੈਰਾਗ ਦੇ ਫੁੱਲਾਂ ਨਾਲ ਵਿਛਾਈ ਸੀ, ਬਿਰਹੇ ਦੇ ਫੁੱਲਾਂ ਨਾਲ ਸਜਾਈ ਸੀ। ਜਿਸ ਵਾਸਤੇ ਸੇਜਾ ਸਜਾਈ ਸੀ ਉਹ ਮੈਨੂੰ ਮਿਲਣ ਵਾਸਤੇ ਆ ਰਿਹਾ ਸੀ। ਜਦ ਉਹ ਮੇਰੀ ਗਲਵਕੜੀ ਲੱਗਣ ਲੱਗਾ, ਤੂੰ ਮੇਰੇ ਗਲ ਵਿੱਚ ਫੁੱਲਾਂ ਦੀ ਮਾਲਾ ਪਾ ਦਿੱਤੀ। ਉਹ ਮੇਰੇ ਬਗਲ ਗੀਰ ਤੇ ਜ਼ਰੂਰ ਹੋਇਆ ਹੈ, ਪਰ ਤੇਰਾ ਪਾਇਆ ਹੋਇਆ ਹਾਰ ਦੀਵਾਰ ਬਣ ਗਿਆ। ਇਸ਼ਕ ਦੀ ਦੁਨੀਆ 'ਚ, ਪਿਆਰ ਦੀ ਦੁਨੀਆ 'ਚ ਅੱਜ ਤੱਕ ਕਿਸੇ ਵੀ ਸ਼ਾਇਰ, ਕਲਮ ਦੇ ਧਨੀ ਨੇ, ਭਗਤ ਨੇ ਇਤਨੀ ਬਾਰੀਕ ਗੱਲ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਛੰਦ ਦੇ 'ਚ ਕਹਿ ਗਏ ਨੇ। ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ, ਇਤੀ ਮੰਜ ਨ ਸਮਾਵਨੀ ਜੇ ਗਲ ਪਹਿਰਾ ਹਾਰ। ਹੁਣ ਤੇ ਮੈਂ ਹਾਰ ਨੂੰ ਵੀ ਦੀਵਾਰ ਸਮਝਦਾ। ਪ੍ਰਮਾਤਮਾ ਤੇ ਆਪਣੇ ਵਿਚਕਾਰ ਮੈਂ ਇਤਨੀ ਵਿੱਥ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਪ੍ਰੀਤ ਪ੍ਰੇਮ ਤਨ ਖਚ ਰਹਾ, बीच नाराई होत चरण कमल मन बेदियो, बूझन सुरत संजोग। सतगुरु कहते हैं हुण तन दे च प्रीति, प्रीति दे च तन ऐसा लीन है कि विचकार राई जितनी भी विथ नहीं, राई वास्ते भी थां कोई नहीं। तो जद जप जाप बनता है, जाप बैराग बनता है, बैराग अरदास बनता है, तो ये अरदास बहुत गहरे तल नूं छूंदी है और ये अरदास परमात्मा तक पहुंचती है। भगत रस्मी अरदास नहीं करता, भगत ते उदों अरदास करता है जद वाकई वो परमात्मा नूं सुनाण दे च समर्थ होए। जिहड़ी अरदास सुनी नहीं गई, दरअसल वो सुनाई नहीं गई। परमात्मा ते हर वक्त सुनदा है। गुरु गोबिंद सिंह जी महाराज दा फरमान, हाथी की चंगाड़ पल पाछे पहुंचे ताएं, चीटी की पुकार पहले ही सुनियत है। इक्को ही समय विच हाथी ते कीड़ी फरियाद करन, पुकार करन। परमात्मा दी स्रोत शक्ति इतनी तिखी है कि वह कीटी दी पुकार पहले सुन लैंदा है, चीटी दी पुकार पहले सुन लैंदा है। और ऐ बंदे तू अरदास कीती है, प्रार्थना कीती है, कबूल नहीं, सुनी नहीं गई।
ਦਰਅਸਲ ਤੈਨੂੰ ਸੁਣਾਉਣ ਦਾ ਢੰਗ ਹੀ ਨਹੀਂ ਆਇਆ, ਤੂੰ ਸੁਣਾਈ ਨਹੀਂ। ਜਿਹੜੀ ਅਰਦਾਸ ਬੈਰਾਗ ਤੋਂ ਨਿਕਲੇ, ਜਿਹੜਾ ਬੈਰਾਗ ਜਾਪ ਤੋਂ ਨਿਕਲੇ, ਜਿਹੜਾ ਜਾਪ ਜਪ ਦੇ ਆਸਰੇ ਤੇ ਖੜਾ ਹੋਵੇ, ਉਹ ਅਰਦਾਸ ਕਤਈ ਵਿਅਰਥ ਨਹੀਂ ਜਾਂਦੀ, ਉਹ ਕਬੂਲ ਹੁੰਦੀ ਏ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਇਸ ਵਾਸਤੇ ਅਨੰਤ ਕਾਲ ਤੋਂ ਸਾਡੇ ਦੇਸ਼ ਦੇ ਵਿੱਚ ਆਮ ਲੋਕੀ ਕੁਝ ਇਸ ਤਰ੍ਹਾਂ ਦੇ ਬਿਰਹੀ ਮਨੁੱਖਾਂ ਨੂੰ ਕਹਿ ਦਿੰਦੇ ਸਨ, ਸਾਡੇ ਵਾਸਤੇ ਅਰਦਾਸ ਕਰਨੀ, ਸਾਡੇ ਵਾਸਤੇ ਪ੍ਰਾਰਥਨਾ ਕਰਨੀ। ਕਿਉਂ? ਉਹ ਖੁਦ ਵੀ ਕਰ ਸਕਦੇ ਨੇ, ਪਰ ਖੁਦ ਕਿਸ ਤਰ੍ਹਾਂ ਕਰਨ? ਅਜੇ ਸਿਰਫ ਜਪ ਤੇ ਖੜਨ, ਜਾਂ ਜਪ ਵੀ ਕੋਈ ਨਹੀਂ। ਪ੍ਰਾਰਥਨਾ ਦਾ ਜਨਮ ਤੇ ਉਦੋਂ ਆਉਂਦਾ ਹੈ ਜਦ ਜਪ ਜਾਪ ਬਣ ਜਾਏ, ਜਾਪ ਬੈਰਾਗ ਬਣ ਜਾਏ, ਫਿਰ ਬੈਰਾਗ ਪ੍ਰਾਰਥਨਾ ਬਣਦੀ ਹੈ, ਬੈਰਾਗ ਅਰਦਾਸ ਬਣਦੀ ਹੈ। ਇਸ ਵਾਸਤੇ ਆਮ ਲੋਕਾਂ ਨੂੰ ਆਪਣੀ ਅਵਸਥਾ ਦਾ ਪਤਾ ਸੀ, ਤਾਂ ਬਿਰਹੀ ਮਨੁੱਖਾਂ ਨੂੰ ਉਹ ਕਹਿੰਦੇ ਸਨ ਵੀ ਸਾਡੇ ਵਾਸਤੇ ਵੀ ਅਰਦਾਸ ਕਰਨੀ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਦੀ ਅਸੀਸ ਮੰਗਦੇ ਨੇ, ਦੇਹੋ ਸਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਅਸੀਸ ਦਿਓ, ਅਰਦਾਸ ਕਰੋ, ਮੇਰੇ ਵਾਸਤੇ ਪ੍ਰਾਰਥਨਾ ਕਰੋ ਕਿ ਸਾਹਿਬ ਨਾਲ ਮਿਲਾਪ ਹੋਵੇ, ਈਸ਼ਵਰ ਨਾਲ ਮਿਲਾਪ ਹੋਵੇ। ਦਰਅਸਲ ਇਸ ਤੋਂ ਵੱਡੀ ਹੋਰ ਕੋਈ ਅਸੀਸ ਹੋ ਵੀ ਨਹੀਂ ਸਕਦੀ। ਪੁੱਤਰ ਵਾਸਤੇ ਮਾਂ ਬਾਪ ਦੀ ਇਹ ਸਭ ਤੋਂ ਵੱਡੀ ਅਸੀਸ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੰਕਤੀ, ਪੂਤਾ ਮਾਤਾ ਕੀ ਅਸੀਸ। हे ਮੇਰੇ ਬੱਚੇ, ਮਾਂ ਦੀ ਇਹ ਅਸੀਸ ਹੈ, ਮਾਂ ਦੀ ਇਹ ਪ੍ਰਾਰਥਨਾ ਹੈ, ਮਾਂ ਦੀ ਇਹ ਤੜਪ ਹੈ, ਮਾਂ ਦੀ ਜੋਦੜੀ ਹੈ, ਅਰਦਾਸ ਹੈ। ਇਹ ਤੈਨੂੰ ਅਸੀਸ ਹੈ, ਆਸ਼ੀਰਵਾਦ ਹੈ। ਕਿਹੜੀ ਅਸੀਸ? ਪੂਤਾ ਮਾਤਾ ਕੀ ਅਸੀਸ। ਨਿਮਕ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਕਦੀ ਤੈਨੂੰ ਜਗਦੀਸ਼ ਭੁੱਲੇ ਨਾ, ਹਰ ਨਿਮਕ ਤੂੰ ਉਸ ਦੀ ਯਾਦ ਵਿੱਚ ਰਵੇਂ। ਐ ਮੇਰੇ ਬੱਚੇ, ਇਹ ਮਾਂ ਦੀ ਅਸੀਸ। ਕਿਸੇ ਵਕਤ ਮਾਤਾਵਾਂ ਜਦ ਜਪ ਕਰਦੀਆਂ ਜਾਪ ਤੱਕ ਪਹੁੰਚਦੀਆਂ ਸਨ, ਜਾਪ ਉਹਨਾਂ ਦਾ ਬੈਰਾਗ ਤੱਕ ਪਹੁੰਚਦਾ ਸੀ, ਤੇ ਬੈਰਾਗੀ ਹਿਰਦੇ ਚੋਂ ਪੁੱਤਰਾਂ ਵਾਸਤੇ ਇਹੀ ਅਸੀਸ ਨਿਕਲਦੀ ਸੀ, ਪੂਤਾ ਮਾਤਾ ਕੀ ਅਸੀਸ। ਨਿਮਕ ਨ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਐਸਾ ਪੁਰਸ਼ ਅੱਠੇ ਪੈਰ ਪ੍ਰਾਰਥਨਾ ਦੇ ਚ ਹੋਵੇਗਾ, ਔਰ ਪ੍ਰਾਰਥਨਾ ਗਹਿਰੇ ਤਲ ਨੂੰ ਛੂੰਹਦੀ ਹੋਵੇਗੀ। ਪ੍ਰਾਰਥਨਾ ਆਪਣੀ ਤਰ੍ਹਾਂ ਦਾ ਸਵਾਦ ਹੈ, ਬਿਰਹਾ ਆਪਣੀ ਤਰ੍ਹਾਂ ਦਾ ਰਸ ਹੈ, ਔਰ ਜਾਪ ਆਪਣੀ ਤਰ੍ਹਾਂ ਦਾ ਖੁਮਾਰ ਹੈ, ਤੇ ਜਪ ਆਪਣੀ ਤਰ੍ਹਾਂ ਦੀ ਮਸਤੀ ਹੈ। ਜਪ ਜਦ ਜਾਪ ਬਣਦਾ ਹੈ, ਜਾਪ ਜਦ ਬੈਰਾਗ ਬਣਦਾ ਹੈ, ਬੈਰਾਗ ਜਦ ਅਰਦਾਸ ਬਣਦਾ ਹੈ, ਤੇ ਅਰਦਾਸ ਜਦ ਕਬੂਲ ਆਉਂਦੀ ਹੈ, ਤਾਂ ਜੋ ਕੁਛ ਮਿਲਦਾ ਹੈ ਉਹ ਆਨੰਦ ਹੈ। ਜਿਸ ਕੁਛ ਦੀ ਪ੍ਰਾਪਤੀ ਹੈ ਉਹ ਫਿਰ ਆਨੰਦ ਹੈ। ਅਰਦਾਸ ਕਬੂਲ ਹੋ ਗਈ, ਪ੍ਰਾਰਥਨਾ ਸੁਣੀ ਗਈ, ਪ੍ਰਾਪਤ ਕੀ ਹੋਇਆ? ਆਨੰਦ। ਆਨੰਦ ਪਦਾਰਥ ਤੋਂ ਨਹੀਂ ਮਿਲਦਾ, ਆਨੰਦ ਸਰਸਾਰ ਤੋਂ ਨਹੀਂ ਮਿਲਦਾ। ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦ ਸਤਿਗੁਰੂ ਮਿਲਦਾ ਹੈ ਉਦੋਂ ਆਨੰਦ ਮਿਲਦਾ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਗੁਰੂ ਘਰ ਦੀ ਬਣੀ ਹੋਈ ਪਰੰਪਰਾ ਦੇ ਮੁਤਾਬਕ ਕੋਈ ਵੀ ਧਾਰਮਿਕ ਦੀਵਾਨ ਹੋਵੇ, ਚਾਹੇ ਖੁਸ਼ੀ ਦਾ ਹੈ, ਚਾਹੇ ਗਮੀ ਦਾ ਹੈ, ਚਾਹੇ ਕੋਈ ਹੋਰ ਕਾਰਨ ਕਰਕੇ ਧਾਰਮਿਕ ਬਕਾਇਦਾ ਦੀਵਾਨ ਚੱਲ ਰਿਹਾ ਹੈ, तो आनंद साहब लाजमी पढ़ना पैंदा है। चाहे कोई होर बाणी पढ़ी जाए ना पढ़ी जाए, आनंद लाजमी पढ़ना पैंदा है। इहदा पिछोकड़ की है? क्यों बार बार आनंद पढ़िया जाता है हर दीवान की समाप्ति ते? इस वास्ते कि बंदे नूं अपनी मंजिल चेते रवे, तेरी मंजिल आनंद है, तू पहुंचना आनंद तक है, और आनंद तक पहुंचे बिना तैनू सुकून नहीं मिलेगा, आनंद तक पहुंचे बिना तैनू चैन नहीं मिलेगा, आनंद तक पहुंचे बिना तेरी पूर्णता नहीं होने लगी, आनंद तक पहुंचे बिना तू जन्म ते मरण तो रहत नहीं हो सकता। और आनंद ईश्वर है, आनंद परमात्मा है, आनंद परिपूर्ण परमात्मा है। आनंद आनंद सब को कहे, आनंद गुरु ते जाने। जिवें पंज तत्तां दे जोड़ दे नाल शरीर कायम है, पंज बाणियां दे इस जोड़ दे नाल, नितनेम दे नाल जो कुछ प्राप्त होंदा है, जिस जिहड़ा मुजस्मा, ओदा नां आनंद है। पंज तत्तां दा जो जोड़ है ओनू कहंदे ने शरीर, ते पंज बाणियां दा जो जोड़ है
उस चों जो कुछ प्राप्त होंदा है ओदा नाम आनंद है और ओ आनंद ईश्वर है। दोहराइए, जप रसना ने करना है, जाप प्राणा ने करना है। बैराग एक अवस्था है, करना कुछ भी नहीं, अवस्था है, एक हालत है। और इसी हालत दे चों दुआ दा जन्म है, अरदास दा जन्म है। अनंत काल तो भगत इस तरह दे अरदास दे डुबे रहंदे सन, प्रार्थना दे डुबे रहंदे सन। प्रार्थना कबूल हो गई तो फिर जो कुछ प्राप्ति है आनंद है। हुण आनंद दी की व्याख्या, आनंद दा जिक्र किस तरह करिए? आनंद नूं भगतां ने कह दिता है ओ अकथ है, ओदी कोई विचार नहीं हो सकती, उसकी कोई कथनी नहीं हो सकती। गुरु नानक देव जी महाराज फरमांदे ने, जे मैं आनंद नूं जान भी लिया तो मैं कहना नहीं, जे जान लिया ते कह दो। तो पातशाह कहंदे ने, जे हों जाना आखा नहीं, कहना कथन ना जाए। जे मैं उस आनंद नूं जान भी लिया, कहना नहीं, मैं वर्णन नहीं करना। क्यों? कि मेरी कथनी दे च नहीं आउंदा। ओ ते एक समाधि है, ओ ते एक परम रस है। मेरी जबान दी टूटी उत्थे छोटी पै जांदी है, ओ रस इस छोटी जियां रसना तो बाहर नहीं निकल सकता। ओ ते पिछे हड़ है, ते हड़ इस निक्की जी टूटी तो बाहर किस तरह निकले? बाहर बहुत वड्डा हड़ है, पिछे बहुत वड्डा हड़ है, ओ है आनंद। हू बहु गुरु गोबिंद सिंह जी महाराज भी ऐसा फरमान करते ने, कहा नाम ताको कहां कह कहावे, कहा मैं बखानो कहे मोह ना आवे। हे ईश्वर, हुण मैं कह नहीं सकदा तू की है। आनंद दी कोई व्याख्या नहीं। गुरु अर्जन देव जी महाराज भी फरमान करते ने, क्या हो कथी कथे कथ देखा, मैं अकथ ना कथ ना जाई। हे सिरजनहार, मैं कथन कर करके वेख लिया, तू मेरी कथनी दे च नहीं आउंदा, तू मेरे कहने दे च नहीं आउंदा। भगत कबीर नूं कहा गया, जे तू उस परम आनंद नूं जान लिया, मान लिया, तां उहदी कुछ व्याख्या कर, उहदे बारे कुछ दस। तो आप कहंदे ने, कहो कबीर गूंगे गुड़ खाया, पूछे तो क्या कहिए। गूंगे ने मिठाई खादी है, मिठा खादा है, ਉਹਦੇ ਚਿਹਰੇ ਦੀ ਮੁਸਕਰਾਹਟ ਦੱਸ ਰਹੀ ਹੈ ਕਿ ਇਹਨੂੰ ਕੁਝ ਸਵਾਦ ਆਇਆ ਹੈ, ਪਰ ਸਵਾਦ ਦੀ ਉਹ ਵਿਆਖਿਆ ਕਿਸ ਤਰ੍ਹਾਂ ਕਰੇ? ਰਸਨਾ ਹੀ ਨਹੀਂ। ਪਰਮਾਤਮਾ ਦਾ ਰਸ ਬਿਆਨ ਕਰਨ ਲੱਗਿਆ ਭਗਤ ਕਹਿੰਦੇ ਨੇ, ਅਸੀਂ ਗੁੰਗੇ ਆ, ਅਸੀਂ ਕਹਿ ਹੀ ਨਹੀਂ ਸਕਦੇ, ਇੰਨੀ ਸਮਰੱਥਾ ਹੀ ਨਹੀਂ। ਬਿਸਮ ਬਿਸਮ ਬਿਸਮੇ ਹੀ ਭਈ ਹੈ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰੇ। गुंगा स्वाद मान के मुस्कुराया ते है, कह नहीं सकता। ये जिहड़ी अकथ कथा है, ये समाधि है। जप ते कुछ कहना है, जप ते रसना कर रही है, रसना बोल रही है। जाप दे विच भी कुछ चल रहा है, और जो बैराग है उस अवस्था च भी हंजू चल रहे हैं, बिरहा चल रहा है, व्याकुलता चल रही है। अरदास ये भी शब्दां च प्रगट हो रही है, प्रार्थना ये भी शब्द बाहर आ रहे ने। हुण एक अवस्था है निशब्द, समाधि, आनंद, सकून, टिकाव, परम समाधि। आनंद आनंद सब को कहे, आनंद गुरु ते जानिया। जिस तरह परमात्मा निहचल है ते निहचल होना ही उसका आनंद स्वरूप है, आनंद स्वभाव है। इत्थे आके मन टिक गया। मन दा टिकना, मन दा खत्म होना है, और जैसे मन टिकया आनंद प्रगट होया। यही आनंद परमात्मा है, यही आनंद गुरु है, यही आनंद ईश्वर है। जिस मनुख दा हवन यज्ञ आनंद तक नहीं पहुंचया, जिस मनुख दी पूजा पाठ आनंद तक नहीं पहुंची, जिस बंदे दी पढ़ी हुई नमाज आनंद तक नहीं पहुंची, जिस बंदे दा कीता होया कीर्तन, कीता होया जप आनंद तक नहीं पहुंचया, ਉਹ ਮੰਜ਼ਿਲ ਦਾ ਰਾਹੀ ਤੇ ਹੈ, ਮੰਜ਼ਿਲੇ ਮਕਸੂਦ ਤੇ ਪਹੁੰਚਿਆ ਹੋਇਆ ਨਹੀਂ। ਜੋ ਮੰਜ਼ਿਲੇ ਮਕਸੂਦ ਤੇ ਪਹੁੰਚਿਆ ਹੈ ਉਹਦੇ ਕੋਲੋਂ ਆਨੰਦ ਹੋਵੇਗਾ। ਆਨੰਦ ਦੀ ਯਾਤਰਾ ਆਰੰਭ ਹੁੰਦੀ ਹੈ ਜਪ ਤੋਂ, ਜਪ ਬਣਦਾ ਹੈ ਜਾਪ, ਜਾਪ ਬਣਦਾ ਹੈ ਬੈਰਾਗ, ਬੈਰਾਗ ਬਣਦਾ ਹੈ ਅਰਦਾਸ, ਔਰ ਅਰਦਾਸ ਆਪਣੇ ਵਿੱਚੋਂ ਜਨਮ ਦਿੰਦੀ ਹੈ ਆਨੰਦ ਨੂੰ, ਪਰਮ ਆਨੰਦ ਨੂੰ।